Hello everyone, I hope you all are doing fine. ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਆਪਾਂ ਕਰ ਰਹੇ ਹਾਂ 3rd ਕਲਾਸ ਦੀ ਮੈਥਸ ਦੀ ਬੁੱਕ ਦਾ ਫਰਸਟ ਚੈਪਟਰ ਨੰਬਰਸ ਤੇ ਆਓ ਅੱਗੇ ਵਧਦੇ ਹਾਂ। ਲੈਟਸ ਲਰਨ। ਆਓ ਸਿੱਖੀਏ। ਨੰਬਰਸ ਹੈਵ ਅ ਮੇਜਰ ਰੋਲ ਇਨ ਆਰ ਲਾਈਫ। ਸਾਡੇ ਜੀਵਨ ਵਿੱਚ ਸੰਖਿਆਵਾਂ ਦੀ ਇੱਕ ਵੱਡੀ ਭੂਮਿਕਾ ਹੈ। We use numbers in our daily life। ਤੇ ਅਸੀਂ ਆਪਣੇ ਰੋਜ਼ਾਨਾ ਜੀਵਨ ਦੇ ਵਿੱਚ ਸੰਖਿਆਵਾਂ ਦੀ ਵਰਤੋਂ ਕਰਦੇ ਹਾਂ। ਜਿਵੇਂ ਇੱਥੇ ਲਿਖਿਆ ਹੈ 225 ਤੇ ਕੁੜੀ ਕਹਿ ਰਹੀ ਹੈ ਮਾਈ ਹਾਊਸ ਨੰਬਰ ਇਜ਼ 225 ਤੇ ਕੁੜੀ ਕਹਿੰਦੀ ਹੈ ਵੀ ਮੇਰੇ ਘਰ ਦਾ ਨੰਬਰ ਹੈ 225। ਇਹ ਮੁੰਡਾ ਕਹਿੰਦਾ ਇੱਥੇ 74 ਲਿਖਿਆ ਹੋਇਆ ਮਾਈ ਹਾਊਸ ਨੰਬਰ ਇਜ਼ 74, ਮੇਰਾ ਪਤਾ ਹੈਗਾ 74। ਉਵੇਂ ਹੀ ਇੱਥੇ ਜਿਹੜੇ ਬੱਚੇ ਹੈਗੇ ਨੇ ਉਹ ਦੱਸ ਰਹੇ ਨੇ there are 340 students in my school। ਮੇਰੇ ਸਕੂਲ ਵਿੱਚ 340 ਵਿਦਿਆਰਥੀ ਨੇ। There are 39 students in my class। ਤੇ ਦੱਸ ਰਹੇ ਨੇ ਵੀ ਮੇਰੀ ਜਮਾਤ ਦੇ ਵਿੱਚ 39 ਵਿਦਿਆਰਥੀ ਨੇ। ਤੇ ਅੱਗੇ ਮੈਡਮ ਦੱਸਦੇ ਨੇ digits are used to write these numbers। ਤੇ ਇਹਨਾਂ ਨੰਬਰਾਂ ਨੂੰ ਲਿਖਣ ਦੇ ਲਈ ਆਪਾਂ digits ਦੀ ਇਸਤੇਮਾਲ ਕਰਦੇ ਹਾਂ। ਜਿਵੇਂ ਇੱਥੇ 39 ਲਿਖਿਆ ਹੋਇਆ ਤੇ ਇੱਕ digit ਹੋ ਗਿਆ 3 ਤੇ ਦੂਜਾ ਹੋ ਗਿਆ 9। ਇੱਥੇ 3 4 ਤੇ 0। ਚਲੋ ਅੱਗੇ ਵਧਦੇ ਹਾਂ ਆਪਾਂ। ਹੁਣ ਆਪਾਂ ਪੜਾਂਗੇ 3 ਡਿਜਿਟ ਨੰਬਰ ਜਿਹਦੇ ਵਿੱਚ 3 ਡਿਜਿਟ ਹੋਣ। ਜਿਵੇਂ 333 ਹੋ ਗਿਆ, ਜਿਵੇਂ 100 ਹੋ ਗਿਆ, ਜਿਵੇਂ 101 ਹੋ ਗਿਆ। 3 ਡਿਜਿਟ ਵਾਲੇ ਨੰਬਰ ਪੜਾਂਗੇ ਆਪਾਂ। As we have studied 2 digit numbers in second class। ਜਿਵੇਂ ਕਿ ਦੂਜੀ ਜਮਾਤ ਦੇ ਵਿੱਚ ਅਸੀਂ 2 ਅੰਕਾਂ ਵਾਲੇ ਨੰਬਰਾਂ ਬਾਰੇ ਪੜਿਆ ਸੀ। ਜਿਵੇਂ 64 78 98 as 99 is a 2 digit number। ਤੁਹਾਨੂੰ ਪਤਾ ਹੈ ਵੀ 99 ਦੇ ਵਿੱਚ ਕਿੰਨੇ ਡਿਜਿਟ ਨੇ? 1 2 2 ਡਿਜਿਟ ਦਾ ਨੰਬਰ ਹੈਗਾ। so if we add one more to number 99 then it will form 3 digit number 100। ਜੇ ਆਪਾਂ 99 ਦੇ ਵਿੱਚ 1 ਜੋੜ ਦਈਏ ਤਾਂ ਉਹ 3 ਡਿਜਿਟ ਦਾ ਬਣ ਜਾਏਗਾ। ਦੇਖੋ 2 ਡਿਜਿਟ ਸੀ 1 2, ਇਹ ਬਣ ਗਿਆ 3 ਡਿਜਿਟ ਦਾ 1 2 3। ਤਾਂ ਕਹਿਣ ਦਾ ਭਾਵ ਇਹ ਹੈ ਇਟ ਮੀਨਸ 99 is the largest 2 digit number। 99 ਜਿਹੜਾ ਹੈ ਉਹ 2 ਅੰਕਾਂ ਦੇ ਨੰਬਰਾਂ ਦੇ ਵਿੱਚੋਂ ਸਭ ਤੋਂ ਵੱਡੀ ਸੰਖਿਆ ਵਾਲਾ ਹੈਗਾ, ਕਿਉਂਕਿ ਉਸ ਦੇ ਵਿੱਚ ਜੇ 1 ਹੀ ਜੋੜ ਦਈਏ ਤਾਂ ਉਹ 100 ਆਨਸਰ ਦਿੰਦਾ ਜੋ ਕਿ 3 ਡਿਜਿਟ ਦਾ ਨੰਬਰ ਹੈ। ਤਾਂ ਮਤਲਬ ਕਹਿਣ ਦਾ ਭਾਵ ਇਹ ਸਭ ਤੋਂ ਵੱਡਾ ਨੰਬਰ ਹੈ 2 ਡਿਜਿਟ ਦੇ ਵਿੱਚ। ਤੇ ਯੈਸ 100 is the smallest 3 digit number। ਤੇ ਜਿਹੜਾ 100 ਹੈਗਾ ਉਹ 3 ਡਿਜਿਟ ਦੀ ਜੇ ਆਪਾਂ ਗੱਲ ਕਰੀਏ ਉਹਨਾਂ ਅੰਕਾਂ ਦੇ ਵਿੱਚੋਂ ਸਭ ਤੋਂ ਛੋਟਾ ਅੰਕ ਹੈਗਾ ਇਹਦਾ। It means if we add 1 to the largest 2 digit number then we get the smallest 3 digit number। ਕਹਿਣ ਦਾ ਮਤਲਬ ਇਹ ਹੈਗਾ ਵੀ ਆਪਾਂ ਜੇਕਰ ਸਭ ਤੋਂ ਵੱਡੇ 2 ਡਿਜਿਟ ਦੇ ਨੰਬਰ ਦੇ ਵਿੱਚ 1 ਐਡ ਕਰ ਦਈਏ ਤਾਂ ਸਭ ਤੋਂ ਛੋਟੇ ਵਾਲਾ 3 ਡਿਜਿਟ ਦਾ ਜਿਹੜਾ ਨੰਬਰ ਹੈ 3 ਅੰਕਾਂ ਦਾ ਨੰਬਰ ਸਾਨੂੰ ਮਿਲ ਜਾਏਗਾ। If we add one more item to 100 items then ਤੇ ਬੱਚਾ ਪੁੱਛਦਾ ਹੈ ਵੀ ਮੈਡਮ ਉਹ ਤਾਂ ਠੀਕ ਹੈ ਪਰ ਜੇਕਰ ਅਸੀਂ 100 ਦੇ ਵਿੱਚ ਇੱਕ ਹੋਰ ਨੰਬਰ ਜੋੜ ਦਈਏ ਫਿਰ ਕੀ ਆਏਗਾ? ਤੇ ਟੀਚਰ ਕਹਿੰਦੇ ਨੇ today we will count with currency notes ਕਿ ਆਪਾਂ ਇਹ ਸਿੱਖਾਂਗੇ ਤੇ ਗਿਣਤੀ ਵੀ ਕਰਨੀ ਸਿੱਖਾਂਗੇ ਨੋਟਾਂ ਦੇ ਨਾਲ, ਪੈਸਿਆਂ ਦੇ ਨਾਲ। ਤਾਂ ਚਲੋ ਵਧੀਆ ਅੱਗੇ। I have 99 rupees। ਟੀਚਰ ਕਹਿੰਦੇ ਵੀ ਮੰਨ ਲਓ ਮੇਰੇ ਕੋਲ 99 ਰੁਪਏ ਨੇ। If I add rupee 1 more then how many rupees do I have? ਤੇ ਟੀਚਰ ਕਹਿੰਦੇ ਨੇ ਵੀ ਮੰਨ ਲਓ ਮੇਰੇ ਕੋਲ 99 rupees ਨੇ, ਜੇ ਉਹਦੇ ਵਿੱਚ ਆਪਾਂ 1 ਜੋੜ ਦਈਏ ਤਾਂ ਮੇਰੇ ਕੋਲ ਕਿੰਨੇ ਪੈਸੇ ਹੋਣਗੇ? ਤੇ ਬੱਚਾ ਕਹਿੰਦਾ ਮੈਡਮ ਤੁਹਾਡੇ ਕੋਲ 100 ਰੁਪਇਆ ਹੋ ਜਾਊਗਾ 100 rupees। You may remember that we took rupees 10 note in place of 10 notes of 1 rupee in class 2nd and now we will take a note of rupees 100 in place of 10 notes of 10 rupees। ਤੇ ਟੀਚਰ ਕਹਿਣ ਦਾ ਮਤਲਬ ਇਹ ਹੈਗਾ ਵੀ ਜਿਵੇਂ ਆਪਾਂ 10 ਲਿਖਣ ਦੇ ਲਈ
10 ਦਾ ਨੋਟ ਬਣਾਉਣ ਦੇ ਲਈ ਇੱਕ ਇੱਕ ਦੇ 10 ਨੋਟ ਇਕੱਠੇ ਕੀਤੇ ਸੀ ਤੇ ਆਪਾਂ ਕਹਿ ਸਕਦੇ ਹਾਂ ਵੀ 10 ਵਨਸ ਜਿਹੜੇ ਹੈਗੇ ਨੇ 10 ਵਨਸ ਜਿਹੜੇ ਹੈਗੇ ਨੇ ਉਹ ਕੀ ਬਣਾਉਂਦੇ ਨੇ ਇੱਕ 10 ਦਾ ਨੋਟ 110। ਉਵੇਂ ਹੀ ਜੇ ਆਪਾਂ 10 ਦੇ ਨੋਟ ਲੈ ਲਈਏ 10 ਟੈਨਸ ਲੈ ਲਈਏ ਕਿ ਮੈਂ ਕਹਿ ਸਕਦੀ ਹਾਂ 100 ਦਾ ਨੋਟ ਬਣ ਜਾਊਗਾ। ਤਾਂ ਆਪਾਂ ਇਹ ਲਿਖ ਸਕਦੇ ਹਾਂ ਕਿ 100 ਦਾ ਨੋਟ 100 ਇਕੁਅਲ ਟੂ 10 ਟੈਨਸ 10 ਵਾਰ 10 ਜਾਂ ਫਿਰ 100 ਇੱਕ ਇੱਕ ਦੇ ਨੋਟ 100 ਵਨਸ ਇਕੱਠੇ ਕਰ ਲਈਏ ਵਨਸ ਯਾਨੀ ਕਿ ਇੱਕ ਇੱਕ ਦਾ ਨੋਟ ਉਹਦੇ ਬਰਾਬਰ ਵੀ ਹੈਗਾ। ਦੁਬਾਰਾ ਸਮਝਾਉਂਦੀ ਹਾਂ 10 ਦਾ ਨੋਟ ਬਣਾਉਣ ਦੇ ਲਈ ਕੀ ਆਪਾਂ ਕਹਿ ਸਕਦੇ ਹਾਂ ਵੀ ਇੱਕ ਇੱਕ ਦੇ 10 ਨੋਟਾਂ ਦੀ ਜਾਂ ਸਿੱਕਿਆਂ ਦੀ ਲੋੜ ਹੈਗੀ ਹੈ। ਤਾਂ ਇੱਥੇ ਮੈਂ ਲਿਖਿਆ 10 ਜੋ ਕਿ ਗਿਣਤੀ ਹੈ ਤੇ ਵਨਸ ਆ ਜਿਹੜੇ ਨੋਟ ਹੈਗੇ ਨੇ ਇਕੱਠੇ ਕੀਤੇ ਇੱਕ 10 ਦਾ ਨੋਟ ਬਣ ਗਿਆ। ਉਵੇਂ ਹੀ ਇੱਕ 100 ਦਾ ਨੋਟ ਬਣਾਉਣ ਦੇ ਲਈ 100 ਦਾ ਨੋਟ ਬਣਾਉਣ ਦੇ ਲਈ ਸਾਨੂੰ 10 ਗਿਣਤੀ ਕਰ ਲਓ 1 2 3 4 5 6 7 8 9 10 10 ਦੇ ਨੋਟ ਦੀ ਲੋੜ ਹੈਗੀ ਹੈ ਤੇ ਸਾਡੇ ਕੋਲ ਆ ਜਾਊਗਾ 100। ਹੋਰ ਤਰੀਕਾ ਕੀ ਹੈ ਵੀ 100 ਵਨਸ ਦੇ ਨੋਟ ਜੇ ਆਪਾਂ ਲੈ ਲਈਏ 100 ਇੱਕ ਇੱਕ ਦੇ ਨੋਟ ਉਹ ਵੀ 100 ਬਣਾ ਦੇਣਗੇ। ਸੌਖਾ ਹੋ ਗਿਆ। ਚਲੋ ਅੱਗੇ ਚੱਲਦੇ ਹਾਂ। ਹੁਣ ਉਹ ਕਹਿੰਦੇ ਨੇ ਲੈਟਸ ਕਾਊਂਟ ਵਿਦ ਐਬੇਕਸ। ਹੁਣ ਆਪਾਂ ਇਸ ਐਬੇਕਸ ਦੇ ਨਾਲ ਕਾਊਂਟ ਕਰਾਂਗੇ। ਈਚ ਸਟਿਕ ਆਫ ਐਬੇਕਸ ਕੈਨ ਕੰਟੇਨ ਓਨਲੀ 9 ਬੀਡਸ। ਤੇ ਆ ਜਿਹੜੀ ਹਰੇਕ ਡੰਡੀ ਹੈਗੀ ਹੈ ਵੱਧ ਤੋਂ ਵੱਧ ਇੱਕ ਡੰਡੀ ਦੇ ਵਿੱਚ 9 ਮੋਤੀ ਆ ਸਕਦੇ ਨੇ। ਇਹ ਤੁਸੀਂ ਧਿਆਨ ਰੱਖਣਾ 9 ਤੋਂ ਵੱਧ ਨਹੀਂ ਆ ਸਕਦੇ। ਜੇ 9 ਤੋਂ ਵੱਧ ਆਣਗੇ ਤਾਂ ਉਹ ਦੂਜੇ ਵਾਲੇ 'ਚ ਚਲੇ ਜਾਣਗੇ। ठीक है। Since we cannot put 10th bead in one stick, so to put one bead in 10 stick instead of putting 10 beads in one stick, ਤਾਂ ਹੁਣ ਕੀ ਹੋਇਆ ਇੱਥੇ ਸਾਨੂੰ ones, tens ਤੇ hundreds ਇਹ ਤੁਹਾਨੂੰ ਯਾਦ ਕਰਨਾ ਪਏਗਾ। ਇਹ ਇਦਾਂ ਹੀ ਚੱਲੂਗਾ। ਪਹਿਲਾਂ 1 ਆਉਂਦਾ ਹੈ ਫਿਰ 10 ਆਉਂਦਾ ਹੈ ਫਿਰ hundreds ਆਉਂਦਾ ਹੈ। ਹੁਣ ਹੋਇਆ ਕਿ ਸਾਡੇ ਕੋਲ 10 ਮੋਤੀ ਸੀਗੇ ਪਰ ਸਾਨੂੰ ਪਤਾ ਹੈ ਵੀ ਇੱਕ ਡੰਡੀ ਦੇ ਵਿੱਚ ਆਪਾਂ 10 ਮੋਤੀ ਤਾਂ ਪਾ ਨਹੀਂ ਸਕਦੇ। ਹੁਣ ਕੀ ਕਰੀਏ ਵੱਧ ਤੋਂ ਵੱਧ ਜੇ ਆਪਾਂ ਪਾ ਸਕਦੇ ਹਾਂ 9 ਪਾ ਸਕਦੇ ਹਾਂ। ਤੇ ਮੈਂ ਕੀ ਕੀਤਾ ਆਪਾਂ 10 ਬਣਾਉਣਾ ਸੀ ਇਹਨਾਂ ਸਾਰੇ 10 ਦੀ ਥਾਂ ਤੇ ਚੱਕ ਕੇ ਮੈਂ 10s ਦੇ ਵਿੱਚ ਇੱਕ ਪਾਤਾ ਮੋਤੀ। ਤਾਂ ਇਹ ਸਾਰੇ ਦੇ ਸਾਰੇ ਜਿਹੜੇ 10 ਸੀ ਉਹ ਇਹਨੂੰ ਛੱਡ ਕੇ ਇੱਕ ਮੋਤੀ ਕੱਲਾ ਇੱਥੇ ਪੈ ਗਿਆ। ਹੋ ਗਿਆ ਕਿ ਨਹੀਂ ਸੌਖਾ ਤੁਹਾਡੇ ਲਈ। ਦੁਬਾਰਾ ਤੋਂ ਸਮਝਾਉਂਦੀ ਹਾਂ ਕਿਉਂਕਿ ਇੱਥੇ ਇੱਕ ਡੰਡੀ ਦੇ ਵਿੱਚ 10 ਮੋਤੀ ਨਹੀਂ ਆ ਸਕਦੇ। ਹੁਣ ਸਾਨੂੰ 10 ਲਿਖਣਾ ਸੀ 1 0 ਤੇ ਤੁਹਾਨੂੰ ਯਾਦ ਹੋਏਗਾ ਇਹ ਹੋ ਗਿਆ 1s ਤੇ ਇੱਥੇ ਸਿਰਫ ਇੱਕ ਮੋਤੀ ਤੁਸੀਂ ਲਿਖ ਦੋਗੇ ਕੀ ਬਣਦਾ 10s ਬਣ ਗਿਆ ਨਾ। We will put one bead in 10 stick by removing all beads from one stick। ਕਹਿਣ ਦਾ ਮਤਲਬ ਇੱਥੋਂ ਸਾਰੇ 10 ਹਟਾ ਕੇ ਆਪਾਂ ਇੱਕ ਮੋਤੀ ਇੱਥੇ 10s ਵਿੱਚ ਪਾ ਦਾਂਗੇ। ਬੱਚਾ ਕਹਿੰਦਾ ਅੱਗੇ ਕੀ ਹੁੰਦਾ ਹੈ we cannot put 10th bead in 10 stick। ਫਿਰ ਉਹੀ ਕਹਾਣੀ ਹੋਗੀ ਵੀ ਮੰਨ ਲਓ ਇੱਥੇ 10 ਹੈਗਾ 10s ਦੇ ਵਿੱਚ 10 10s ਹੈਗੇ ਨੇ ਤੇ ਉਹ ਕਹਿੰਦੇ ਵੀ ਇੱਥੇ ਆਪਾਂ 10 ਮੋਤੀ ਨਹੀਂ ਪਾ ਸਕਦੇ। ਫਿਰ ਕੀ ਕਰੀਏ ਤੇ ਇੱਥੋਂ ਚੱਕ ਕੇ ਆਪਾਂ 10 ਮੋਤੀ ਹਟਾ ਕੇ ਉਹਨਾਂ ਦੀ ਥਾਂ ਤੇ ਸਿਰਫ ਇੱਕ ਮੋਤੀ ਜੇ ਇੱਥੇ ਪਾ ਦਈਏ ਤੇ ਉਹ ਬਣ ਜੂਗਾ ਸਾਡੇ ਕੋਲ 100। ਹੈ ਕਿ ਨਹੀਂ ਸੌਖਾ। ਜੇ ਇੱਥੇ 10 ਮੋਤੀ ਨਹੀਂ ਆ ਸਕਦੇ ਸੀ ਪਹਿਲੇ ਵਾਲੇ ਦੇ ਵਿੱਚ ਤੇ ਆਪਾਂ 10s ਦੇ ਵਿੱਚ ਪਾਤਾ। ਉਵੇਂ ਹੀ ਜੇ ਇੱਥੇ 10s ਦੇ ਵਿੱਚ 10 ਮੋਤੀ ਨਹੀਂ ਆ ਸਕਦੇ ਤੇ ਆਪਾਂ ਕੱਲਾ ਇੱਕ ਮੋਤੀ 100s ਦੇ ਵਿੱਚ ਪਾ ਦਿੰਦੇ ਆ ਉਹ ਬਣ ਜਾਏਗਾ ਤੁਹਾਡਾ 100। ਇਹਨੂੰ ਆਪਾਂ ਮੈਨ ਕਾਰਡ ਵੀ ਕਹੀਦਾ। ਤਾਂ ਟੀਚਰ ਕਹਿੰਦੇ ਨੇ ਕਿ 100 ਇੱਕ ਹੀ ਮੋਤੀ ਹੈ 100 ਦੇ ਵਿੱਚ 100 ਇਕੁਅਲ ਟੂ 100 ਲਿਖ ਸਕਦੇ ਹਾਂ। ਇੱਕੋ ਗੱਲ ਹੋਗੀ। ਟੁਡੇ we count up to 1000 by using rupees 100 notes and abacus and man card। ਤੇ ਆਪਾਂ ਹੁਣ 1000 ਤੱਕ ਗਿਣਤੀ ਕਰਨੀ ਹੈ ਇਹ ਤਿੰਨੋਂ ਚੀਜ਼ਾਂ ਇਸਤੇਮਾਲ ਕਰਕੇ। ਇਹ ਹੋ ਗਏ ਸਾਡੇ ਮੈਨ ਕਾਰਡ, ਇਹ ਹੋ ਗਿਆ ਸਾਡੇ ਨੋਟ ਤੇ ਇਹ ਹੋ ਗਿਆ ਸਾਡਾ ਐਬੇਕਸ। ਉਵੇਂ ਹੀ ਕਰਨਾ ਹੈ ਬੱਚੋਂ, ਬਹੁਤ ਸੌਖਾ ਹੈ। ਚਲੋ ਆਪਾਂ ਕੋਸ਼ਿਸ਼ ਕਰਦੇ ਹਾਂ, ਠੀਕ ਹੈ, ਨਹੀਂ ਤਾਂ ਮੈਂ ਫੇਰ ਤੋਂ ਸਮਝਾ ਦਾਂਗੀ। ਚਲੋ ਇਹ ਹੈਗਾ ਜੀ 100।
ਜਿਹਨੂੰ ਆਪਾਂ ਲਿਖੀਦਾ 1 0 0, यानी कि ਇੱਥੇ वनस ਦੇ ਵਿੱਚ ਕੁਝ ਵੀ ਨਹੀਂ ਆਏਗਾ, ਜ਼ੀਰੋ ਮੋਤੀ, ਇਹਦੇ ਵਿੱਚ ਵੀ ਜ਼ੀਰੋ, ਤੇ ਇੱਥੇ 1 ਹੈਗਾ ਹੰਡਰਡਸ ਦੀ ਥਾਂ ਤੇ ਇੱਕ ਮੋਤੀ ਆ ਗਿਆ। ਸੌਖਾ ਹੋ ਗਿਆ। ਮੈਨ ਕਾਰਡ ਦੇ ਵਿੱਚ ਜੋ ਇੱਥੇ ਲਿਖਿਆ ਹੈ ਜਿੰਨੀ ਵੀ ਰਕਮ ਹੈ ਉਹ ਇੱਥੇ ਲਿਖਤੀ। ਤੇ ਹੁਣ ਤੁਸੀਂ 100 ਦੇ ਸਪੈਲਿੰਗ ਯਾਦ ਕਰਨੇ ਨੇ। ONE1 HUNDRED 100। ਅੱਗੇ ਚੱਲਦੇ ਹਾਂ। ਉਵੇਂ ਹੀ 100 ਤੇ 100 100 plus 100, 0 with 0 जोड़े 0, 0 with 0 जोड़े 0, 1 plus 1 2, ਇਹ ਬਣ ਗਿਆ ਜੀ ਸਾਡਾ 200। वनस ਦੇ ਵਿੱਚ 0 ਮੋਤੀ, ਟੈਨਸ ਦੇ ਵਿੱਚ 0 ਮੋਤੀ, ਹੰਡਰਡਸ ਦੇ ਵਿੱਚ 2 ਹੈਗਾ ਤੇ ਕਿੰਨੇ ਮੋਤੀ ਆ ਗਏ? 2। ਮੈਨ ਕਾਰਡ ਤੇ ਆਪਾਂ ਲਿਖਤਾ 200। ਹੁਣ 200 ਦੇ ਸਪੈਲਿੰਗ ਹੈਗੇ ਨੇ TWO2, 100 ਤੇ ਉਹੀ ਸਪੈਲਿੰਗ ਨੇ HUNDRED, यानी कि 200 ਦੇ ਨੋਟ ਜੋੜ ਦਾਂਗੇ ਤਾਂ 200 ਬਣ ਜਾਊਗਾ। ਅੱਗੇ ਚੱਲਦੇ ਹਾਂ। 3 ਜੋੜਤੇ ਜੀ 1 2 3, 300 ਦੇ ਨੋਟ ਜੋੜ ਦੋ ਤੇ ਕਿੰਨਾ ਬਣ ਜਾਏਗਾ? 300। ਵਨਸ ਦੇ ਵਿੱਚ 0 ਮੋਤੀ, ਟੈਨਸ ਦੇ ਵਿੱਚ 0 ਮੋਤੀ, ਹੰਡਰਡਸ ਦੇ ਵਿੱਚ 3 ਲਿਖਿਆ ਹੋਇਆ ਤੇ ਕਿੰਨੇ ਮੋਤੀ ਆ ਗਏ? 1 2 3। ਮੈਨ ਕਾਰਡ ਤੇ ਆਪਾਂ ਲਿਖਤਾ 300। ਸਪੈਲਿੰਗ ਹੈਗੇ ਜੀ 300 ਤੇ THREEHUNDRED 100। ਉਦਾਂ ਹੀ ਜੇ 4 ਨੋਟ ਨੇ ਤੇ ਇੱਥੇ ਆ ਗਿਆ ਜੀ 400। ਵਨਸ ਦੇ ਵਿੱਚ 0, ਟੈਨਸ ਦੇ ਵਿੱਚ 0, ਹੰਡਰਡਸ ਦੇ ਵਿੱਚ 4 ਮੋਤੀ ਆ ਗਏ ਤੇ ਇੱਥੇ ਲਿਖਤਾ 400। ਸਪੈਲਿੰਗ ਨੇ FOURHUNDRED। ਉਵੇਂ ਹੀ ਜੇ ਸਾਡੇ ਕੋਲ 5 ਨੋਟ ਹੋ ਜਾਣ 100 ਦੇ ਤੇ ਸਾਡੇ ਕੋਲ ਬਣ ਜਾਏਗਾ 500। 500 ਸੌਖਾ ਕਰਨ ਦੇ ਲਈ ਇੱਥੇ 0 ਮੋਤੀ, ਇੱਥੇ 0 ਮੋਤੀ ਤੇ ਇੱਥੇ ਆ ਗਏ 5। ਸਪੈਲਿੰਗ ਨੇ 5 ਲਿਖ ਦੋ, ਪਿੱਛੇ ਲਾ ਦੋ 100। मतलब तुसी सिर्फ गिनती लिखनी है, पिछे 100 लाई जाओ। उवे ही जे 6 नोट आ जान 1 2 3 4 5 6 बन जूगा 600। वनस दे विच 0 मोती, टेंस दे विच 0 मोती, हंड्रेड्स दे विच 6 मोती। देखो 1 2 3 4 5 6, ये आ गया जी 600 लिखता आपां। ਤੇ 600 ਦੇ ਸਪੈਲਿੰਗ ਹੈਗੇ ਨੇ ਜੀ SIXHUNDRED। ਉਵੇਂ ਹੀ ਜੇ 7 ਨੋਟਸ ਆ ਗਏ 5 6 7 ਤਾਂ ਇੱਥੇ ਆ ਗਿਆ 700। ਵਨਸ ਦੇ ਵਿੱਚ 0, ਟੈਨਸ ਦੇ ਵਿੱਚ 0, ਹੰਡਰਡਸ ਦੇ ਵਿੱਚ 7 ਮੋਤੀ ਆ ਗਏ 1 2 3 4 5 6 7। ਇੱਥੇ ਲਿਖਤਾ 700 ਤੇ ਸਪੈਲਿੰਗ ਉਹੀ ਨੇ ਜੀ ਜਿਹੜੇ 7 ਦੇ ਨੇ SEVEN 7। ਅੱਗੇ ਆ ਗਿਆ 100 HUNDRED। ਉਵੇਂ ਹੀ ਜੇ 8 ਨੋਟ ਆ ਜਾਣ 1 2 3 4 5 6 7 8, 800 ਹੋ ਗਿਆ। 0 ਮੋਤੀ, ਟੈਨਸ ਦੇ ਵਿੱਚ 0 ਮੋਤੀ, ਹੰਡਰਡਸ ਦੇ ਵਿੱਚ 8 ਮੋਤੀ। ਇਹ ਆ ਗਿਆ ਜੀ 800 ਮੈਨ ਕਾਰਡ ਤੇ ਆਪਾਂ ਲਿਖਤਾ EIGHT HUNDRED 800, यानी कि 800। जे 9 नोट आ जान ਤਾਂ ਇੱਥੇ ਆ ਜਾਊਗਾ 900। 0 0 9 ਮੋਤੀ, 900 NINEHUNDRED। ਪਰ ਹੁਣ ਤੁਹਾਨੂੰ ਇਹ ਵੀ ਪਤਾ ਹੈ ਵੀ ਵੱਧ ਤੋਂ ਵੱਧ ਜਿਹੜੇ ਮੋਤੀ ਆ ਸਕਦੇ ਨੇ ਕਿਸੇ ਵੀ ਡੰਡੀ ਦੇ ਵਿੱਚ, ਬੇਸ਼ੱਕ ਉਹ ਵਨਸ ਦੀ ਹੋਏ, ਟੈਨਸ ਦੀ ਹੋਏ, ਹੰਡਰਡਸ ਦੀ ਹੋਏ, ਉਹ ਹੈਗੇ ਨੇ 9। ਹੁਣ ਜੇ ਆਪਾਂ ਇੱਕ ਨੋਟ ਹੋਰ ਵਧਾਤਾ ਇਹਦਾ ਤਾਂ ਇਹ ਬਣ ਜੂਗਾ 1000। ਜਿਵੇਂ 99 ਦੇ ਵਿੱਚ ਇੱਕ ਐਡ ਕਰੋ 100 ਬਣ ਜੂਗਾ।
ਉਵੇਂ ਹੀ 900 ਦੇ ਵਿੱਚ ਜੇ ਤੁਸੀਂ 100 ਜੋੜ ਦੋਗੇ ਤਾਂ ਸਾਡੇ ਕੋਲ ਆ ਜਾਊਗਾ 1000। ਹੁਣ ਆਪਾਂ 1000 ਕਿਵੇਂ ਲਿਖਣਾ ਹੈ? ਇੱਕ ਹੋਰ ਨਵੀਂ ਪੋਜੀਸ਼ਨ ਲੈ ਕੇ ਆਣੀ ਹੈ, ਜਿਵੇਂ 1s ਸੀ, 10s ਸੀ, 100s ਸੀ, ਉਵੇਂ ਹੀ ਇੱਥੇ ਆ ਜਾਊਗਾ thousands ਕਹੀਦਾ। ਠੀਕ ਹੈ ਬੱਚਿਓ, ਤੇ ਇੱਥੇ ਆਪਾਂ ਇੱਕ ਮੋਤੀ ਪਾ ਦਾਂਗੇ। 100s ਦੇ ਵਿੱਚ 10 ਮੋਤੀ ਪਾਉਣ ਦੀ ਥਾਂ ਤੇ ਇੱਥੇ ਇੱਕ ਆ ਜਾਊਗਾ ਮੋਤੀ ਅਗਲੀ ਥਾਂ ਤੇ, ਜਿਹੜਾ ਕੀ ਹੈਗਾ thousands ਦਾ। ਤੇ 1000 1000 ਆਪਾਂ ਲਿਖ ਸਕਦੇ ਹਾਂ 10 ਨੋਟ ਚਾਹੀਦੇ ਹੋਣਗੇ ਸਾਨੂੰ 100 ਦੇ, ਜਾਂ ਫਿਰ ਤੁਹਾਨੂੰ ਚਾਹੀਦੇ ਹੋਣਗੇ 100 ਨੋਟ 10 ਦੇ, ਜਾਂ ਫਿਰ ਤੁਹਾਨੂੰ ਚਾਹੀਦੇ ਹੋਣਗੇ 1000 ਨੋਟ ਇੱਕ ਦੇ। ਠੀਕ ਹੈ ਬੇਟਾ, ਇਹਦੇ ਬਾਰੇ ਜ਼ਰੂਰ ਸੋਚੋ, ਵਿਚਾਰ ਕਰਿਓ। ਇਹ ਬਹੁਤ ਸੌਖੀ ਚੀਜ਼ ਹੈ, ਜੇ ਤੁਹਾਨੂੰ ਇਹਦੀ ਪ੍ਰੈਕਟਿਸ ਹੋ ਗਈ ਤਾਂ ਅੱਗੇ ਤੁਹਾਨੂੰ ਬਹੁਤ ਸੌਖਾ ਰਹੇਗਾ। ਇਹ ਸੀ ਅੱਜ ਦੀ ਕਲਾਸ, ਤੇ ਹੁਣ ਆਪਾਂ ਅਗਲੀ ਕਲਾਸ ਦੇ ਵਿੱਚ ਮਿਲਾਂਗੇ। ਤਦ ਤੱਕ ਟੇਕ ਕੇਅਰ।